ਹੈਲੋ ਬੱਚੋ, ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 6 ਜਿਹਦਾ ਟਾਈਟਲ ਹੈ ਲਾਈਫ ਪ੍ਰੋਸੈਸਿਸ। ਇਸ ਚੈਪਟਰ ਦੀ ਇਹ 7th ਵੀਡੀਓ ਹੈ ਤੇ ਇਸ ਵੀਡੀਓ 'ਚ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ ਅਬਾਊਟ ਐਕਸਕ੍ਰੀਸ਼ਨ। ਸੋ ਪਹਿਲਾ ਕੁਐਸਚਨ ਇਹ ਅਰਾਈਜ਼ ਕਰਦਾ ਕਿ ਵਾਟ ਇਜ਼ ਐਕਸਕ੍ਰੀਸ਼ਨ, ਹੁੰਦੀ ਕੀ ਐਕਸਕ੍ਰੀਸ਼ਨ। ਸਾਡੀ ਬੋਡੀ 'ਚ ਹਰ ਵੇਲੇ ਮੈਟਾਬੋਲਿਕ ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ ਨੇ ਤੇ ਇਹਨਾਂ ਮੈਟਾਬੋਲਿਕ ਐਕਟੀਵਿਟੀਜ਼ ਦੇ ਵਿੱਚ ਜਿਹੜੀਆਂ ਹਾਰਮਫੁਲ ਤੇ ਟਾਕਸਿਕ ਮੈਟਾਬੋਲਿਕ ਵੇਸਟਸ ਪ੍ਰੋਡਿਊਸ ਹੁੰਦੀਆਂ ਨੇ ਉਹਨੂੰ ਰਿਮੂਵ ਕਰਨਾ ਬੋਡੀ ਤੋਂ, ਉਹਨੂੰ ਅਸੀਂ ਕਹਿੰਦੇ ਆ ਐਕਸਕ੍ਰੀਸ਼ਨ। ਰਿਮੂਵਲ ਆਫ ਹਾਰਮਫੁਲ ਮੈਟਾਬੋਲਿਕ ਵੇਸਟ ਫਰੋਮ ਦ ਬੋਡੀ ਇਜ਼ ਕਾਲਡ ਐਕਸਕ੍ਰੀਸ਼ਨ। ਹੁਣ ਕਿਹੜੀ ਕਿਹੜੀ ਤਰ੍ਹਾਂ ਦੀਆਂ ਮੈਟਾਬੋਲਿਕ ਵੇਸਟ ਸਾਡੇ ਅੰਦਰ ਜਨਰੇਟ ਹੁੰਦੀਆਂ, ਜ਼ਰਾ ਉਹਦੇ ਤੇ ਵੀ ਝਾਤੀ ਮਾਰ ਲੈਂਦੇ ਆ। ਸੋ ਸਾਡੇ ਜਿਹੜੇ ਸੈਲਸ ਨੇ ਉਹਨਾਂ ਦੇ ਅੰਦਰ ਰੈਸਪੀਰੇਸ਼ਨ ਹੁੰਦੀ ਹੈ। ਸੋ ਉਸ ਸੈਲੂਲਰ ਰੈਸਪੀਰੇਸ਼ਨ ਦੇ ਵਿੱਚ ਇੱਕ ਮੇਜਰ ਵੇਸਟ ਪ੍ਰੋਡਿਊਸ ਹੁੰਦੀ ਜਿਹਨੂੰ ਅਸੀਂ ਕੀ ਕਹਿੰਦੇ ਆ, ਕਾਰਬਨ ਡਾਈਆਕਸਾਈਡ ਕਹਿੰਦੇ ਆ। ਇਹ ਜਿਹੜੀ ਕਾਰਬਨ ਡਾਈਆਕਸਾਈਡ ਹੈ ਇਹਨੂੰ ਰਿਮੂਵ ਕੌਣ ਕਰਦਾ, ਇਹਨੂੰ ਲੰਗਸ ਰਿਮੂਵ ਕਰਨ 'ਚ ਹੈਲਪ ਕਰਦੇ ਆ। ਇਸੇ ਤਰ੍ਹਾਂ ਜਿਹੜਾ ਸਾਡਾ ਲਿਵਰ ਹੈ ਇਹ ਵੀ ਕਈ ਤਰ੍ਹਾਂ ਦੀਆਂ ਮੈਟਾਬੋਲਿਕ ਵੇਸਟ ਨੂੰ ਐਕਸਕ੍ਰੀਟ ਕਰਨ 'ਚ ਹੈਲਪ ਕਰਦਾ ਹੈ, ਜਿੱਦਾਂ ਕਿ ਦੋ ਤਰ੍ਹਾਂ ਦੀਆਂ ਪਿਗਮੈਂਟ ਜਿੱਦਾਂ ਬਿਲੀਰੂਬਿਨ ਤੇ ਬਿਲੀਵਰਡਿਨ। ਇਸ ਤੋਂ ਇਲਾਵਾ ਕੋਲੈਸਟਰੋਲ, ਇਸ ਤੋਂ ਇਲਾਵਾ ਕੋਈ ਡਰੱਗਸ, ਜਿੱਦਾਂ ਅਸੀਂ ਕੋਈ ਮੈਡੀਸਿਨਸ ਖਾਧੀਆਂ ਤੇ ਉਹਨਾਂ ਦੇ ਜਿਹੜੇ ਬਾਈ ਪ੍ਰੋਡਕਟਸ ਹੁੰਦੇ ਨੇ ਉਹ ਸਾਰੇ ਜਿਹੜੇ ਨੇ ਇਹ ਕੀ ਕਰਦਾ, ਲਿਵਰ ਇਹ ਡਾਈਜੈਸਟਿਵ ਟਰੈਕਟ ਦੇ ਵਿੱਚ ਪਾ ਦਿੰਦਾ। ਤੇ ਜਿੱਦਾਂ ਸਾਡੀ ਡਾਈਜੈਸਟਿਵ ਵੇਸਟ ਜਿਹੜੀ ਆ ਉਹ ਐਲੀਮੈਂਟਰੀ ਕਨਾਲ ਦੇ ਥਰੂ ਪਾਸ ਆਊਟ ਹੁੰਦੀ ਹੈ, ਨਾਲ ਹੀ ਫਿਰ ਇਹ ਜਿਹੜੀਆਂ ਵੇਸਟਸ ਨੇ ਇਹ ਵੀ ਬਾਹਰ ਨਿਕਲ ਜਾਂਦੀਆਂ। ਸਾਡੀ ਸਕਿਨ ਜਿਹੜੀ ਹੈ ਇਹ ਵੀ ਮੈਟਾਬੋਲਿਕ ਵੇਸਟ ਨੂੰ ਰਿਮੂਵ ਕਰਨ 'ਚ ਹੈਲਪ ਕਰਦੀ ਹੈ। ਸਾਡੀ ਸਕਿਨ 'ਚ ਦੋ ਤਰ੍ਹਾਂ ਦੀਆਂ ਗਲੈਂਡਸ ਹੁੰਦੀਆਂ, ਸਵੈਟ ਗਲੈਂਡਸ ਤੇ ਆਇਲ ਗਲੈਂਡਸ। ਇਹ ਜਿਹੜੀਆਂ ਸਵੈਟ ਗਲੈਂਡਸ ਹੁੰਦੀਆਂ ਇਹ ਪਸੀਨਾ ਬਾਹਰ ਕੱਢਦੀਆਂ। ਪਸੀਨੇ 'ਚ ਮੇਨ ਤਾਂ ਆ ਜਾਊਗਾ ਪਾਣੀ, ਲੇਕਿਨ ਪਾਣੀ ਦੇ ਨਾਲ ਨਾਲ ਕੀ ਆ ਜਾਊਗਾ, ਲੈਕਟਿਕ ਐਸਿਡ ਤੇ ਸੋਡੀਅਮ ਕਲੋਰਾਈਡ, ਇਹਨਾਂ ਦਾ ਵੀ ਰਿਮੂਵਲ ਹੋ ਜਾਂਦਾ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਆਇਲ ਗਲੈਂਡਸ ਹੁੰਦੀਆਂ ਨੇ ਇਹ ਸੀਬਮ ਜਾਂ ਆਇਲ ਪ੍ਰੋਡਿਊਸ ਕਰਦੀਆਂ ਨੇ ਤੇ ਇਸ ਸੀਬਮ ਦੇ ਨਾਲ ਨਾਲ ਕੁਝ ਹਾਈਡਰੋਕਾਰਬਨਸ ਤੇ ਵੈਕਸਿਸ ਵੀ ਰਿਮੂਵ ਹੋ ਜਾਂਦੀਆਂ ਨੇ। ਸੋ ਇਸ ਤਰ੍ਹਾਂ ਸਾਡੇ ਲੰਗਸ, ਲਿਵਰ, ਸਕਿਨ ਇਹ ਸਾਰੇ ਮੈਟਾਬੋਲਿਕ ਵੇਸਟ ਜਿਹੜੀਆਂ ਨੇ ਉਹਨਾਂ ਨੂੰ ਰਿਮੂਵ ਕਰਨ 'ਚ ਹੈਲਪ ਕਰਦੇ ਨੇ। ਲੇਕਿਨ ਜਿਹੜੀ ਨਾਈਟ੍ਰੋਜੀਨਸ ਵੇਸਟ ਹੁੰਦੀ ਹੈ ਉਹਨੂੰ ਰਿਮੂਵ ਕਰਨ ਲਈ ਸਭ ਤੋਂ ਇੰਪੋਰਟੈਂਟ ਰੋਲ ਪਲੇ ਕਰਦੀਆਂ ਸਾਡੀਆਂ ਕਿਡਨੀਜ਼, ਜਿਨ੍ਹਾਂ ਨੂੰ ਅਸੀਂ ਗੁਰਦੇ ਵੀ ਕਹਿ ਦਿੰਦੇ ਆ। ਤੇ ਇਹ ਜਿਹੜੀਆਂ ਕਿਡਨੀਜ਼ ਨੇ ਇਹ ਸਾਡਾ ਐਕਸਕ੍ਰੀਟਰੀ ਸਿਸਟਮ ਕਨਸਟੀਟਿਊਟ ਕਰਦੀਆਂ ਨੇ। ਤੇ ਆਓ ਆਪਾਂ ਹੁਣ ਝਾਤੀ ਮਾਰਦੇ ਹਾਂ ਹਿਊਮਨ ਐਕਸਕ੍ਰੀਟਰੀ ਸਿਸਟਮ ਤੇ ਵੀ। ਦਿਸ ਇਜ਼ ਦ ਡਾਇਗ੍ਰਾਮ ਆਫ ਹਿਊਮਨ ਐਕਸਕ੍ਰੀਟਰੀ ਸਿਸਟਮ। ਸਾਡੇ ਐਕਸਕ੍ਰੀਟਰੀ ਸਿਸਟਮ 'ਚ ਇੱਕ ਪੇਅਰ ਆਫ ਕਿਡਨੀਜ਼ ਹੁੰਦੇ ਨੇ। ਸੋ ਆ ਜਿਹੜੀ ਕਿਡਨੀ ਲੈਫਟ ਸਾਈਡ ਤੇ ਪਈ ਹੈ ਇਹ ਹੋ ਗਈ ਲੈਫਟ ਕਿਡਨੀ, ਤੇ ਜਿਹੜੀ ਕਿਡਨੀ ਰਾਈਟ ਸਾਈਡ ਤੇ ਪਈ ਹੁੰਦੀ ਆ ਉਹ ਕੀ ਹੋਗੀ, ਉਹ ਹੋਗੀ ਰਾਈਟ ਕਿਡਨੀ। ਹੁਣ ਆ ਕਿਡਨੀਜ਼ ਕੰਮ ਕੀ ਕਰਦੀਆਂ, ਐਕਚੁਅਲੀ ਜਿਹੜੀ ਨਾਈਟ੍ਰੋਜਨਸ ਵੇਸਟ ਦੀ ਰਿਮੂਵਲ ਕਰਨੀ ਹੈ ਨਾ ਉਹ ਕਿਡਨੀਜ਼ ਨੇ ਹੀ ਕਰਨੀ ਹੈ। ਸੋ ਨਾਈਟ੍ਰੋਜਨਸ ਵੇਸਟ ਦੀ ਰਿਮੂਵਲ ਬੇਸਿਕਲੀ ਕਿਡਨੀਜ਼ ਦਾ ਕੰਮ ਹੈ। ਲੇਕਿਨ ਇਹ ਨਾਈਟ੍ਰੋਜਨਸ ਵੇਸਟ ਜਿਹੜੀ ਹੈ ਇਹ ਰਿਮੂਵ ਕਾਹਦੇ ਚੋਂ ਹੋਣੀ ਹੈ, ਇਹ ਬਲੱਡ ਚੋਂ ਹੋਣੀ ਹੈ। ਸੋ ਆ ਤੁਸੀਂ ਦੇਖ ਸਕਦੇ ਹੋ ਰੀਨਲ ਆਰਟਰੀ। ਇਹ ਜਿਹੜੀ ਰੀਨਲ ਆਰਟਰੀ ਹੁੰਦੀ ਹੈ ਇਹ ਬਲੱਡ ਕਿਡਨੀਜ਼ ਦੇ ਅੰਦਰ ਲੈ ਕੇ ਆਉਂਦੀ ਹੈ। ਇੱਥੇ ਕਿਡਨੀਜ਼ ਦੇ ਵਿੱਚ ਕੀ ਹੋ ਜਾਏਗਾ, ਉਸ ਬਲੱਡ ਵਿੱਚੋਂ ਨਾਈਟ੍ਰੋਜਨਸ ਵੇਸਟ ਜਿਹੜੀ ਆ ਉਹ ਕੱਢ ਲਈ ਜਾਊਗੀ ਤੇ ਫਿਰ ਜਿਹੜੀ ਰੀਨਲ ਵੇਨ ਹੁੰਦੀ ਹੈ ਇਸ ਬਲੱਡ ਨੂੰ ਕਿਡਨੀ ਤੋਂ ਬਾਹਰ ਲੈ ਜਾਊਗੀ। ਸੋ ਰੀਨਲ ਆਰਟਰੀਜ਼ ਜਿਹੜੀਆਂ ਨੇ ਉਹ ਬਲੱਡ ਲੈ ਕੇ ਆਉਂਦੀਆਂ ਕਿਡਨੀਜ਼ ਵੱਲ ਤੇ ਰੀਨਲ ਵੇਨ ਜਿਹੜੀ ਹੁੰਦੀ ਆ ਉਹ ਇਸ ਬਲੱਡ ਨੂੰ ਵਾਪਸ ਲੈ ਕੇ ਜਾਂਦੀ ਆ। ਇਹਨਾਂ ਕਿਡਨੀਜ਼ ਦੇ ਅੰਦਰ ਜਦੋਂ ਨਾਈਟ੍ਰੋਜਨਸ ਵੇਸਟ ਰਿਮੂਵ ਹੋਊਗੀ ਤਾਂ ਇੱਥੇ ਯੂਰਿਨ ਦੀ ਫਾਰਮੇਸ਼ਨ ਹੋਏਗੀ। ਇਹ ਜਿਹੜਾ ਯੂਰਿਨ ਹੁੰਦਾ ਇੱਥੋਂ ਯੂਰੀਟਰਸ ਵੱਲ ਨੂੰ ਜਾਂਦਾ। ਦੇਖੋ ਆ ਦੋਨੋਂ ਕਿਡਨੀਜ਼ ਤੋਂ ਆ ਟਿਊਬ ਲਾਈਕ ਸਟਰਕਚਰਸ ਬਾਹਰ ਨਿਕਲਦੀਆਂ ਪਈਆਂ, ਇਹਨੂੰ ਅਸੀਂ ਕੀ ਕਹਿੰਦੇ ਆ, ਇਹਨੂੰ ਅਸੀਂ ਯੂਰੀਟਰ ਕਹਿੰਦੇ ਆ। ਆ ਲੈਫਟ ਯੂਰੀਟਰ ਆ ਤੇ ਇਧਰਲੇ ਪਾਸੇ ਰਾਈਟ ਯੂਰੀਟਰ ਆ। ਸੋ ਕਿਡਨੀਜ਼ ਤੋਂ ਯੂਰਿਨ ਯੂਰੀਟਰਸ ਦੇ ਥਰੂ ਆਊਗਾ ਅੱਗੇ ਤੇ ਇੱਥੇ ਯੂਰਿਨਰੀ ਬਲੈਡਰ ਦੇ ਵਿੱਚ ਐਂਟਰ ਕਰ ਜੂਗਾ। ਇਹ ਜਿਹੜੇ ਯੂਰੀਟਰਸ ਹੁੰਦੇ ਨੇ ਇਹ ਯੂਰਿਨਰੀ ਬਲੈਡਰ ਦੇ ਅੰਦਰ ਓਬਲੀਕਲੀ ਐਂਟਰ ਕਰਦੇ ਨੇ ਸੋ ਦੈਟ ਕਿ ਕਿਸੇ ਵੀ ਕੰਡੀਸ਼ਨ 'ਚ ਇਹ ਜਿਹੜਾ ਯੂਰਿਨ ਹੈ ਇਹ ਯੂਰੀਟਰਸ ਦੇ ਅੰਦਰ ਵਾਪਸ ਨਹੀਂ ਜਾ ਸਕਦਾ, ਯਾਨੀ ਕਿ ਬੈਕਵਰਡ ਮੂਵਮੈਂਟ ਨਹੀਂ ਹੋ ਸਕਦੀ ਯੂਰਿਨ ਦੀ। ਹੁਣ ਜਿਹੜਾ ਆ ਯੂਰਿਨਰੀ ਬਲੈਡਰ ਆ ਇਹ ਕੀ ਆ, ਇਹ ਇੱਕ ਮਸਕੂਲਰ ਆਰਗਨ ਆ। ਇਹਦੇ ਅੰਦਰ ਜਿਹੜਾ ਯੂਰਿਨ ਹੈਗਾ ਇਹ ਟੈਂਪਰੇਰੀਲੀ ਸਟੋਰ ਹੁੰਦਾ, ਯਾਨੀ ਕਿ ਥੋੜੀ ਦੇਰ ਦੇ ਲਈ। ਸੋ ਜਦੋਂ ਇਹ ਜਿਹੜਾ ਯੂਰਿਨਰੀ ਬਲੈਡਰ ਹੈ ਇਹ ਭਰਨਾ ਸ਼ੁਰੂ ਹੋਊਗਾ ਤੇ ਇੱਥੇ ਜਿਹੜਾ ਸਾਡਾ ਨਿਊਰਲ ਐਂਡਿੰਗਸ ਨੇ ਉਹ ਮੈਸੇਜ ਭੇਜਣਗੀਆਂ ਸਾਡੇ ਬ੍ਰੇਨ ਨੂੰ ਤੇ ਸਾਨੂੰ ਇੱਕ ਅਰਜ ਜੀ ਮਹਿਸੂਸ ਹੋਊਗੀ ਯੂਰਿਨ ਨੂੰ ਪਾਸ ਆਊਟ ਕਰਨ ਦੀ। ਤੇ ਯੂਰਿਨ ਪਾਸ ਆਊਟ ਕਿੱਥੋਂ ਹੋਣਾ, ਯੂਰਿਥਰਾ ਦੇ ਥਰੂ। ਆ ਯੂਰਿਨਰੀ ਬਲੈਡਰ ਦੇ ਅੱਗੇ ਆ ਜਿਹੜੀ ਡਕਟ ਹੈ ਇਹਨੂੰ ਅਸੀਂ ਯੂਰਿਥਰਾ ਕਹਿੰਦੇ ਆ, ਜਿਹਦੇ ਥਰੂ ਯੂਰਿਨ ਜਿਹੜਾ ਉਹ ਪਾਸ ਆਊਟ ਹੁੰਦਾ। ਇਹ ਜਿਹੜਾ ਯੂਰਿਥਰਾ ਹੁੰਦਾ ਇਹ ਹਿਊਮਨ ਮੇਲਸ ਦੇ ਵਿੱਚ ਥੋੜਾ ਜਿੰਨਾ ਜ਼ਿਆਦਾ ਲੰਬਾ ਹੁੰਦਾ ਐਜ਼ ਕੰਪੇਅਰ ਟੂ ਹਿਊਮਨ ਫੀਮੇਲਸ, ਜਿਨ੍ਹਾਂ ਦੇ ਵਿੱਚ ਇਹ ਥੋੜਾ ਜਿੰਨਾ ਸ਼ਾਰਟ ਹੁੰਦਾ। ਹੁਣ ਸਾਡੇ ਐਕਸਕ੍ਰੀਟਰੀ ਸਿਸਟਮ ਦੇ ਵਿੱਚ ਯੂਰਿਨ ਬਣਦਾ ਕਿੱਦਾਂ,
ਦੇਖੋ ਕਿਡਨੀਜ਼ ਦੇ ਅੰਦਰ ਬਣਦਾ ਪਿਆ, ਪਰ ਇਹਨਾਂ ਕਿਡਨੀਜ਼ ਦੇ ਅੰਦਰ ਇੱਕ ਸਪੈਸ਼ਲ ਫੰਕਸ਼ਨਲ ਯੂਨਿਟ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਨੈਫਰੋਨ, ਉਹ ਯੂਰਿਨ ਬਣਾਉਂਦਾ। ਆਓ ਹੁਣ ਨੈਫਰੋਨ ਦੀ ਵੀ ਸਟਰਕਚਰ ਦੇਖਦੇ ਹਾਂ। ਦਿਸ ਇਜ਼ ਦ ਡਾਇਗਰਾਮ ਆਫ ਨੈਫਰੋਨ। ਹੁੰਦਾ ਕੀ ਆ, ਫੰਕਸ਼ਨਲ ਯੂਨਿਟ ਆਫ ਕਿਡਨੀ ਇਜ਼ ਨੋਨ ਐਜ਼ ਨੈਫਰੋਨ। ਆ ਜਿਹੜਾ ਬੇਜ ਕਲਰ ਦਾ ਸਟਰਕਚਰ ਬਣਿਆ ਹੋਇਆ ਨਾ, ਹਲਕਾ ਬੇਜ ਜਿਹਾ ਕਲਰ, ਇਹ ਸਾਰਾ ਨੈਫਰੋਨ ਆ। ਇਹਦਾ ਜਿਹੜਾ ਸਟਾਰਟਿੰਗ ਪਾਰਟ ਹੁੰਦਾ ਉੱਥੇ ਕੀ ਹੁੰਦਾ, ਇੱਕ ਕੱਪ ਲਾਈਕ ਸਟਰਕਚਰ ਹੁੰਦੀ ਹੈ। ਇਸ ਕੱਪ ਲਾਈਕ ਸਟਰਕਚਰ ਨੂੰ ਅਸੀਂ ਬੌਮਨਸ ਕੈਪਸੂਲ ਕਹਿੰਦੇ ਆ। ਇਹ ਜਿਹੜਾ ਬੌਮਨਸ ਕੈਪਸੂਲ ਹੈ, ਇਸ ਤੋਂ ਬਾਅਦ ਫਿਰ ਟਿਊਬੂਲਰ ਪਾਰਟ ਆਫ ਨੈਫਰੋਨ ਸ਼ੁਰੂ ਹੋ ਜਾਂਦਾ। ਆ ਜਿੱਦਾਂ ਤੁਸੀਂ ਦੇਖ ਰਹੇ ਹੋ ਨਾ, ਟਿਊਬ ਜਿਹੀ ਆ ਵਲੀ ਜੀ ਹੋਈ, ਇਹ ਕੀ ਹੈ, ਟਿਊਬੂਲਰ ਪਾਰਟ ਆਫ ਨੈਫਰੋਨ। ਨੈਫਰੋਨ ਦਾ ਇਹ ਵਾਲਾ ਟਿਊਬੂਲਰ ਪਾਰਟ ਜਿਹੜਾ ਕਿ ਬੌਮਨਸ ਕੈਪਸੂਲ ਦੇ ਲਾਗੇ ਹੁੰਦਾ, ਇਹਨੂੰ ਅਸੀਂ PCT ਜਾਂ ਪ੍ਰੋਕਸੀਮਲ ਕਨਵੋਲੂਟਿਡ ਟਿਊਬੂਲ ਵੀ ਕਹਿ ਦਿੰਦੇ ਆ। ਇੱਥੋਂ PCT ਤੋਂ ਇਹ ਜਿਹੜੀ ਟਿਊਬ ਆ ਫਿਰ ਇਹ ਥੱਲੇ ਵੱਲ ਨੂੰ ਜਾਂਦੀ ਹੈ ਤੇ ਆਹ ਦੇਖੋ ਇੱਕ ਆ ਯੂ ਸ਼ੇਪ ਲਾਈਕ ਸਟਰਕਚਰ ਬਣਾਉਂਦੀ ਹੈ। ਆ ਜਿਹੜੀ ਯੂ ਸ਼ੇਪ ਲਾਈਕ ਸਟਰਕਚਰ ਆ, ਇਹਨੂੰ ਅਸੀਂ ਕੀ ਕਹਿੰਦੇ ਆ, ਇਹਨੂੰ ਅਸੀਂ ਕਹਿੰਦੇ ਆ ਲੂਪ ਆਫ ਹੈਨਲੀ। ਸੋ ਆ ਜਿਹੜੀ ਆ ਇਹ ਡਿਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਆ, ਤੇ ਫਿਰ ਇਹ ਥੱਲਿਓਂ ਮੁੜ ਕੇ ਉੱਪਰ ਵੱਲ ਨੂੰ ਜਾਂਦੀ, ਇਹ ਅਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਆ। ਤੇ ਇਹ ਜਿਹੜੀ ਲੂਪ ਹੈ ਅੱਗੋਂ ਜਾ ਕੇ ਫਿਰ ਟਿਊਬੂਲਰ ਪਾਰਟ ਆਫ ਨੈਫਰੋਨ ਚ ਲੀਡ ਕਰਦੀ ਹੈ। ਹੁਣ ਇਸ ਟਿਊਬੂਲਰ ਪਾਰਟ ਨੂੰ ਅਸੀਂ ਕਹਿੰਦੇ ਆ DCT, ਯਾਨੀ ਕਿ ਡਿਸਟਲ ਕਨਵੋਲੂਟਿਡ ਟਿਊਬੂਲ। ਇਹ ਜਿਹੜਾ ਟਿਊਬੂਲਰ ਪਾਰਟ ਹੈ ਬਾਅਦ ਚੋਂ ਲੀਡ ਕਰਦਾ ਹੈ ਇਨਟੂ ਦ ਕਲੈਕਟਿੰਗ ਡਕਟ, ਤੇ ਇਹ ਜਿਹੜੀ ਕਲੈਕਟਿੰਗ ਡਕਟ ਹੈ ਇਹ ਯੂਰਿਨ ਕਲੈਕਟ ਕਰਦੀ ਹੈ। ਹੁਣ ਇਸ ਫੰਕਸ਼ਨਲ ਯੂਨਿਟ ਨੇ ਜਿਹੜੀ ਨਾਈਟ੍ਰੋਜਨਸ ਵੇਸਟ ਰਿਮੂਵ ਕਰਨੀ ਆ, ਉਹ ਕਰਨੀ ਕਿਹਦੇ ਤੋਂ, ਬਲੱਡ ਤੋਂ। ਬਲੱਡ ਕੌਣ ਲੈ ਕੇ ਆਊ, ਰੀਨਲ ਆਰਟਰੀ ਲੈ ਕੇ ਆਊ ਬਲੱਡ। ਤੇ ਇਹ ਜਿਹੜੀ ਰੀਨਲ ਆਰਟਰੀ ਹੈ, ਇਹ ਜਿੱਦਾਂ ਹੀ ਬੌਮਨਸ ਕੈਪਸੂਲ ਦੇ ਵਿੱਚ ਐਂਟਰ ਕਰਦੀ ਹੈ, ਇਹ ਕੀ ਕਰਦੀ ਹੈ, ਇਹ ਅੱਗੋਂ ਬ੍ਰਾਂਚ ਕਰ ਜਾਂਦੀ ਹੈ ਤੇ ਇੱਕ ਪੂਰਾ ਨੈਟਵਰਕ ਆਫ ਫਾਈਨ ਕੈਪਿਲਰੀਜ਼ ਬਣਾ ਦਿੰਦੀ ਹੈ, ਜਿਹਨੂੰ ਅਸੀਂ ਕਹਿੰਦੇ ਆ ਗਲੋਮੇਰੂਲਸ। ਸੋ ਗਲੋਮੇਰੂਲਸ ਚ ਕੀ ਆ, ਕੈਪਿਲਰੀਜ਼ ਨੇ। ਇਹ ਜਿਹੜੀਆਂ ਕੈਪਿਲਰੀਜ਼ ਨੇ ਇਹ ਬਹੁਤ ਹੀ ਜ਼ਿਆਦਾ ਫਾਈਨ ਨੇ। ਥੀਸ ਆਰ ਲਾਈਨਡ ਬਾਈ ਸਿੰਗਲ ਲੇਅਰ ਆਫ ਸੈਲਸ, ਕਿਉਂਕਿ ਡਾਇਆਮੀਟਰ ਬਹੁਤ ਘੱਟ ਜਾਂਦਾ, ਇਸ ਕਰਕੇ ਇੱਥੇ ਜਿਹੜਾ ਬਲੱਡ ਹੁੰਦਾ ਬਹੁਤ ਹਾਈ ਪ੍ਰੈਸ਼ਰ ਦੇ ਨਾਲ ਫਲੋ ਕਰਦਾ। ਇਹ ਜਿਹੜਾ ਫਾਈਨ ਨੈਟਵਰਕ ਆਫ ਕੈਪਿਲਰੀਜ਼ ਹੈਗਾ, ਇਹਦੇ ਵਿੱਚੋਂ ਨਾਈਟ੍ਰੋਜਨਸ ਵੇਸਟ ਜਿਹੜੀ ਆ ਉਹ ਪਾਣੀ ਦੇ ਨਾਲ ਨਿਕਲ ਕੇ ਬੌਮਨਸ ਕੈਪਸੂਲ 'ਚ ਚਲੀ ਜਾਊਗੀ, ਤੇ ਇਹ ਗਲੋਮੇਰੂਲਸ ਦੀਆਂ ਜਿਹੜੀਆਂ ਕੈਪਿਲਰੀਜ਼ ਨੇ ਇਹ ਦੁਬਾਰਾ ਯੂਨਾਈਟ ਕਰਕੇ ਤੇ ਬ੍ਰਾਂਚ ਆਫ ਰੀਨਲ ਵੇਨ ਬਣਾ ਦੇਣਗੀਆਂ। ਹੁਣ ਧਿਆਨ ਦੇਣ ਵਾਲੀ ਇੱਕ ਗੱਲ ਇਹ ਵੀ ਆ ਵੀ ਆ ਜਿਹੜਾ ਨੈਫਰੋਨ ਆ, ਇਹਦੇ ਆਸੇ-ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਲੱਡ ਸਪਲਾਈ ਕਿੰਨੀ ਜ਼ਿਆਦਾ, ਕਿਉਂਕਿ ਮਟੀਰੀਅਲਸ ਦਾ ਜਿਹੜਾ ਵੀ ਐਕਸਚੇਂਜ ਹੋਣਾ ਨੈਫਰੋਨ ਦਾ ਉਹ ਬਲੱਡ ਦੇ ਨਾਲ ਹੋਣਾ, ਇਸ ਕਰਕੇ ਕਾਫੀ ਜ਼ਿਆਦਾ ਬਲੱਡ ਸਪਲਾਈ ਜਿਹੜੀ ਆ ਇਸ ਨੈਫਰੋਨ ਦੇ ਆਸ-ਪਾਸ ਹੁੰਦੀ ਹੈ। ਇੱਕ ਹੋਰ ਚੀਜ਼ ਧਿਆਨ ਦੇਣ ਵਾਲੀ ਆ ਵੀ ਜਿਹੜਾ ਫਿਲਟਰੇਟ ਇੱਥੇ ਫਲੋ ਕਰੂਗਾ ਨਾ ਟਿਊਬੂਲਰ ਪਾਰਟ ਆਫ ਨੈਫਰੋਨ 'ਚ ਜਾਂ ਲੂਪ ਆਫ ਹੈਨਲੇ 'ਚ, ਉਹਦੇ 'ਚ ਕੀ ਆ ਵੀ ਜਿਹੜਾ ਡਾਇਰੈਕਸ਼ਨ ਆਫ ਫਲੋ ਆਫ ਫਿਲਟਰੇਟ ਹੁੰਦੀ ਹੈ ਉਹ ਆਪੋਜ਼ਿਟ ਹੁੰਦੀ ਹੈ ਟੂ ਦੈਟ ਆਫ ਦਾ ਫਲੋ ਆਫ ਬਲੱਡ ਇਨ ਦਾ ਬਲੱਡ ਵੈਸਲਸ। ਯਾਨੀ ਕਿ ਆ ਜਿਹੜੀ ਡਿਸੈਂਡਿੰਗ ਲੂਪ ਆਫ ਹੈਨਲੇ ਆ, ਇਹਦੇ ਵਿੱਚ ਫਿਲਟਰੇਟ ਜਿਹੜਾ ਉਹ ਥੱਲੇ ਵੱਲ ਨੂੰ ਮੂਵ ਕਰਦਾ ਪਿਆ, ਤੇ ਇਹਦੇ ਕੋਲ ਜਿਹੜੀ ਆ ਵੇਨ ਪਈ ਹੋਈ ਹੈ ਇਹਦੇ ਵਿੱਚ ਬਲੱਡ ਜਿਹੜਾ ਉੱਪਰ ਵੱਲ ਨੂੰ ਫਲੋ ਕਰਦਾ ਪਿਆ। ਇਸੇ ਤਰ੍ਹਾਂ ਹੀ ਜਿਹੜੀ ਆ ਅਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ ਆ, ਇਹਦੇ ਚ ਫਿਲਟਰੇਟ ਉੱਪਰ ਵੱਲ ਨੂੰ ਜਾ ਰਿਹਾ, ਤੁਸੀਂ ਐਰੋ ਦੇਖ ਸਕਦੇ ਹੋ ਨਾ ਉੱਪਰ ਵੱਲ ਨੂੰ, ਲੇਕਿਨ ਇਹਦੇ ਕੋਲ ਜਿਹੜੀ ਆ ਬਲੱਡ ਵੈਸਲ ਹੈ ਉਹਦੇ ਵਿੱਚ ਜਿਹੜਾ ਬਲੱਡ ਹੁੰਦਾ ਉਹ ਥੱਲੇ ਵਾਲੇ ਪਾਸੇ ਨੂੰ ਮੂਵ ਕਰ ਰਿਹਾ ਹੁੰਦਾ। ਸੋ ਇੱਦਾਂ ਦਾ ਮਕੈਨਿਜ਼ਮ ਜਿਹਦੇ ਵਿੱਚ ਕਿ ਫਿਲਟਰੇਟ ਦੀ ਜਿਹੜੀ ਡਾਇਰੈਕਸ਼ਨ ਆਫ ਮੂਵਮੈਂਟ ਹੈ ਔਰ ਉਹਦੇ ਕੋਲ ਜਿਹੜੀਆਂ ਬਲੱਡ ਵੈਸਲਸ ਨੇ ਉਹਦੇ ਅੰਦਰ ਬਲੱਡ ਫਲੋ ਦੀ ਜਿਹੜੀ ਡਾਇਰੈਕਸ਼ਨ ਆਫ ਮੂਵਮੈਂਟ ਹੈ ਉਹ ਇੱਕ ਦੂਜੇ ਤੋਂ ਓਪੋਜ਼ਿਟ ਹੁੰਦੀ ਹੈ, ਇਹੋ ਜਿਹੇ ਮਕੈਨਿਜ਼ਮ ਨੂੰ ਅਸੀਂ ਕਹਿੰਦੇ ਆ ਕਾਊਂਟਰ ਕਰੰਟ ਮਕੈਨਿਜ਼ਮ। ਤੇ ਇਹ ਜਿਹੜਾ ਮਕੈਨਿਜ਼ਮ ਹੁੰਦਾ ਨਾ ਇਹ ਇਨਸ਼ੋਰ ਕਰਦਾ ਵੀ ਜਿਹੜੇ ਵੀ ਮਟੀਰੀਅਲਸ ਦਾ ਐਕਸਚੇਂਜ ਹੋਣਾ ਹੈ ਬਿਟਵੀਨ ਬਲੱਡ ਐਂਡ ਫਿਲਟਰੇਟ, ਉਹਦੀ ਜਿਹੜੀ ਰੇਟ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਹੋਵੇ, ਯਾਨੀ ਕਿ ਜਲਦੀ ਤੋਂ ਜਲਦੀ ਐਕਸਚੇਂਜ ਆਫ ਮਟੀਰੀਅਲਸ ਹੋ ਸਕੇ। ਆ ਹੁਣ ਅਸੀਂ ਦੇਖਦੇ ਹਾਂ ਕਿ ਯੂਰਿਨ ਫਾਰਮੇਸ਼ਨ ਹੁੰਦੀ ਕਿੱਦਾਂ। ਵਾਟ ਆਰ ਦ ਸਟੈਪਸ ਆਫ ਯੂਰਿਨ ਫਾਰਮੇਸ਼ਨ? ਯੂਰਿਨ ਫਾਰਮੇਸ਼ਨ ਦੇ 3 ਸਟੈਪਸ ਹੁੰਦੇ ਆ। ਵਨ ਇਜ਼ ਅਲਟਰਾ ਫਿਲਟਰੇਸ਼ਨ, ਦੂਜਾ ਸਟੈਪ ਹੁੰਦਾ ਸਿਲੈਕਟਿਵ ਰੀਐਬਜ਼ੌਰਪਸ਼ਨ, ਤੇ ਤੀਜਾ ਸਟੈਪ ਹੁੰਦਾ ਟਿਊਬੂਲਰ ਸਿਕ੍ਰੀਸ਼ਨਸ। ਅਸੀਂ ਇੱਕ ਇੱਕ ਕਰਕੇ ਇਹਨਾਂ ਸਟੈਪਸ ਨੂੰ ਡਿਟੇਲ 'ਚ ਡਿਸਕਸ ਕਰਦੇ ਹਾਂ। ਸਟਾਰਟ ਕਰਦੇ ਹਾਂ ਫਸਟ ਸਟੈਪ ਆਫ ਯੂਰਿਨ ਫਾਰਮੇਸ਼ਨ ਦੇ ਨਾਲ, ਯਾਨੀ ਕਿ ਅਲਟਰਾ ਫਿਲਟਰੇਸ਼ਨ। ਸੋ ਹੁਣ ਹੁੰਦਾ ਕੀ ਹੈ ਕਿ ਜਿਹੜੀ ਇਹ ਰੀਨਲ ਆਰਟਰੀ ਦੀ ਬ੍ਰਾਂਚ ਹੈ ਇਹ ਬਲੱਡ ਲੈ ਕੇ ਆਂਦੀ ਹੈ ਬੌਮਨਸ ਕੈਪਸੂਲ 'ਚ। ਇਸੇ ਬਲੱਡ ਤੋਂ ਤਾਂ ਨਾਈਟ੍ਰੋਜਨਸ ਵੇਸਟ ਜਿਹੜੀ ਆ ਉਹ ਰਿਮੂਵ ਕਰਨੀ ਆ। ਸੋ ਇਹ ਰੀਨਲ ਆਰਟਰੀ ਜਿੱਦਾਂ ਹੀ ਬੌਮਨਸ ਕੈਪਸੂਲ 'ਚ ਐਂਟਰ ਕਰਦੀ ਹੈ, ਇਹ ਕੀ ਕਰਦੀ ਹੈ, ਇਹ ਫਾਈਨ ਕੈਪਿਲਰੀ ਨੈਟਵਰਕ ਦੇ ਵਿੱਚ ਬ੍ਰਾਂਚ ਕਰ ਜਾਂਦੀ ਹੈ। ਇਸ ਨੈਟਵਰਕ ਆਫ ਕੈਪਿਲਰੀਜ਼ ਨੂੰ ਅਸੀਂ ਗਲੋਮੇਰੂਲਸ ਕਹਿੰਦੇ ਹਾਂ।
ਇਸ ਗਲੋਮੇਰੁਲਸ ਦੀਆਂ ਸਾਰੀਆਂ ਕੈਪਿਲਰੀਜ਼ ਜਿਹੜੀਆਂ ਹੁੰਦੀਆਂ ਨੇ ਬਹੁਤ ਫਾਈਨ ਹੁੰਦੀਆਂ ਨੇ ਐਂਡ ਥੀਸ ਆਰ ਲਾਈਨਡ ਬਾਈ ਸਿੰਗਲ ਲੇਅਰ ਆਫ ਸੈਲਸ। ਕਿਉਂਕਿ ਇੱਕ ਡਾਇਆਮੀਟਰ ਵੀ ਇਹਨਾਂ ਕੈਪਿਲਰੀਜ਼ ਦਾ ਬਹੁਤ ਘੱਟ ਹੁੰਦਾ, ਇਸ ਕਰਕੇ ਇੱਥੇ ਬਲੱਡ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਫਲੋ ਕਰ ਰਿਹਾ ਹੁੰਦਾ। ਸੋ ਇੱਥੋਂ ਬਲੱਡ ਦੇ ਵਿੱਚੋਂ ਬਹੁਤ ਸਾਰਾ ਪਾਣੀ ਜਿਹੜਾ ਹੈ ਨਾ ਇਸ ਪ੍ਰੈਸ਼ਰ ਦੇ ਨਾਲ ਬਾਹਰ ਨਿਕਲਦਾ ਤੇ ਪਾਣੀ ਦੇ ਨਾਲ ਹੀ ਨਾਲ ਨਾਈਟ੍ਰੋਜਨਸ ਵੇਸਟ ਜਿੱਦਾਂ ਕਿ ਯੂਰੀਆ, ਇਸ ਤੋਂ ਇਲਾਵਾ ਕੁਝ ਗਲੂਕੋਜ਼ ਮੋਲੀਕਿਊਲਸ, ਕੁਝ ਅਮਾਈਨੋ ਐਸਿਡਸ, ਕੁਝ ਆਇਨਸ ਜਿੱਦਾਂ ਕਿ ਪੋਟਾਸ਼ੀਅਮ ਆਇਨ, ਸੋਡੀਅਮ ਆਇਨ, ਪ੍ਰੋਟੋਨਸ, ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਵੀ ਬਾਹਰ ਨਿਕਲ ਜਾਂਦੀਆਂ ਤੇ ਆ ਸਾਰੀ ਜਿਹੜੀਆਂ ਚੀਜ਼ਾਂ ਦੀ ਕਲੈਕਸ਼ਨ ਹੈ ਇਹਨੂੰ ਅਸੀਂ ਕੀ ਕਹਿੰਦੇ ਆ, ਇਹਨੂੰ ਅਸੀਂ ਕਹਿੰਦੇ ਆ ਫਿਲਟਰੇਟ। ਸੋ ਇਹ ਫਿਲਟਰੇਟ ਕਿੱਥੇ ਇਕੱਠਾ ਹੋ ਜਾਂਦਾ? ਬੋਮਨਸ ਕੈਪਸੂਲ ਦੇ ਵਿੱਚ ਇਕੱਠਾ ਹੋ ਜਾਂਦਾ। ਇਸੇ ਪ੍ਰੋਸੈਸ ਨੂੰ ਅਸੀਂ ਅਲਟਰਾ ਫਿਲਟਰੇਸ਼ਨ ਕਹਿੰਦੇ ਆ। ਜੇ ਆਪਾਂ ਗੱਲ ਕਰੀਏ ਵੀ ਇਹਦੀ ਜਿਹੜੀ ਰੇਟ ਆਫ ਫਿਲਟਰੇਸ਼ਨ ਆ ਉਹ ਕਿੰਨੀ ਹੁੰਦੀ ਹੈ, ਤਾਂ ਇੱਥੇ ਬੋਮਨਸ ਕੈਪਸੂਲ 'ਚ 125 ml ਆਫ ਫਿਲਟਰੇਟ ਪਰ ਮਿੰਟ ਜਨਰੇਟ ਹੁੰਦਾ, ਯਾਨੀ ਕਿ ਇੱਕ ਦਿਨ ਵਿੱਚ ਅਰਾਊਂਡ 180 ਲੀਟਰ ਆਫ ਫਿਲਟਰੇਟ ਇਕੱਠਾ ਹੁੰਦਾ। ਹੁਣ ਤੁਸੀਂ ਆਪ ਹੀ ਸੋਚੋ ਵੀ 180 ਲੀਟਰ ਫਿਲਟਰੇਟ, ਇੰਨਾ ਜ਼ਿਆਦਾ ਜਿਹੜਾ ਫਿਲਟਰੇਟ ਹੈ ਜਿਹਦੇ 'ਚ ਕਿੰਨਾ ਸਾਰਾ ਪਾਣੀ ਆ, ਕੀ ਆਪਾਂ ਇੰਨਾ ਪਾਣੀ ਦਾ ਲਾਸ ਜਿਹੜਾ ਉਹ ਅਫੋਰਡ ਕਰ ਸਕਦੇ ਹਾਂ? ਬਿਲਕੁਲ ਨਹੀਂ ਕਰ ਸਕਦੇ। ਨਾਰਮਲੀ ਸਾਡਾ ਜਿਹੜਾ ਯੂਰਿਨ ਆਊਟਪੁੱਟ ਹੁੰਦਾ ਉਹ ਕਿੰਨਾ ਹੁੰਦਾ? 1 ਤੋਂ 2 ਲੀਟਰ ਪਰ ਡੇ ਹੁੰਦਾ। ਇਹਦਾ ਮਤਲਬ ਇਹ ਵੀ ਇਸ ਫਿਲਟਰੇਟ ਤੋਂ ਜਿਹੜਾ ਇੰਨਾ ਸਾਰਾ ਪਾਣੀ ਨਿਕਲਿਆ ਅਲੋਂਗ ਵਿਦ ਅਦਰ ਮਟੀਰੀਅਲਸ ਹੋਊਗਾ ਕਿ ਇਹਦੀ ਰੀਐਬਜ਼ੌਰਪਸ਼ਨ ਹੋਊਗੀ। ਸੋ ਇਹੀ ਸਾਡਾ ਸੈਕੰਡ ਸਟੈਪ ਆਫ ਯੂਰਿਨ ਫਾਰਮੇਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਆ ਸਿਲੈਕਟਿਵ ਰੀਐਬਜ਼ੌਰਪਸ਼ਨ। ਸੋ ਸੈਕੰਡ ਸਟੈਪ ਆਫ ਯੂਰਿਨ ਫਾਰਮੇਸ਼ਨ ਇਜ਼ ਸਿਲੈਕਟਿਵ ਰੀਐਬਜ਼ੌਰਪਸ਼ਨ। ਸੋ ਆ ਜਿਹੜਾ ਫਿਲਟਰੇਟ ਹੈ ਇਹ ਬੋਮਨਸ ਕੈਪਸੂਲ ਤੋਂ ਟਿਊਬੂਲਰ ਪਾਰਟ ਆਫ ਨੈਫਰੋਨ 'ਚ ਚਲਾ ਗਿਆ, ਪਹਿਲਾਂ ਪੀਸੀਟੀ 'ਚ, ਫਿਰ ਡਿਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ 'ਚ, ਫਿਰ ਅਸੈਂਡਿੰਗ ਲਿੰਬ ਆਫ ਲੂਪ ਆਫ ਹੈਨਲੇ 'ਚ, ਫਿਰ ਡੀਸੀਟੀ 'ਚ। ਜੇ ਇੰਨੇ ਨਾਮ ਤੁਹਾਨੂੰ ਨਹੀਂ ਯਾਦ ਹੁੰਦੇ ਤਾਂ ਤੁਸੀਂ ਸਿੰਪਲੀ ਟਿਊਬੂਲਰ ਪਾਰਟ ਆਫ ਨੈਫਰੋਨ ਹੀ ਕਹਿ ਸਕਦੇ ਹੋ। ਸੋ ਇਹ ਫਿਲਟਰੇਟ ਜਿੱਦਾਂ ਹੀ ਟਿਊਬੂਲਰ ਪਾਰਟ ਆਫ ਨੈਫਰੋਨ ਦੇ ਵਿੱਚ ਮੂਵ ਕਰੂਗਾ, ਹੋਊਗਾ ਕਿ ਇਹਦੇ ਆਸੇ-ਪਾਸੇ ਜਿਹੜੇ ਆ ਬਲੱਡ ਸਪਲਾਈ ਆ, ਬਲੱਡ ਕੈਪਿਲਰੀਜ਼ ਨੇ ਜਾਂ ਬਲੱਡ ਵੈਸਲਸ ਨੇ, ਇਹਦੇ ਅੰਦਰ ਬਲੱਡ ਜਿਹੜਾ ਹੈਗਾ ਉਹ ਫਲੋ ਕਰਦਾ ਪਿਆ ਇਨ ਓਪੋਜ਼ਿਟ ਡਾਇਰੈਕਸ਼ਨ। ਕਿਹੜਾ ਮੈਕੈਨਿਜ਼ਮ ਆ? ਕਾਊਂਟਰ ਕਰੰਟ ਮੈਕੈਨਿਜ਼ਮ ਆ। ਸੋ ਜਿੱਥੇ ਫਿਲਟਰੇਟ ਥੱਲੇ ਵੱਲ ਨੂੰ ਮੂਵ ਕਰਦਾ ਪਿਆ ਉੱਥੇ ਇਹਦੇ ਲਾਗੇ ਜਿਹੜਾ ਬਲੱਡ ਹੈ ਉਹ ਉੱਪਰ ਵੱਲ ਨੂੰ ਮੂਵ ਕਰਦਾ ਪਿਆ, ਤੇ ਜਿੱਥੇ ਫਿਲਟਰੇਟ ਉੱਪਰ ਵੱਲ ਨੂੰ ਮੂਵ ਕਰਦਾ ਪਿਆ ਇਹਦੇ ਕੋਲ ਜਿਹੜੀ ਬਲੱਡ ਵੈਸਲ ਹੈ ਉਹਦੇ ਵਿੱਚ ਬਲੱਡ ਜਿਹੜਾ ਉਹ ਥੱਲੇ ਵੱਲ ਨੂੰ ਮੂਵ ਕਰਦਾ ਪਿਆ। ਇਸ ਕਾਊਂਟਰ ਕਰੰਟ ਮੈਕੈਨਿਜ਼ਮ ਦੇ ਨਾਲ ਕੀ ਹੋ ਜਾਂਦਾ? ਰੀਐਬਜ਼ੌਰਪਸ਼ਨ ਆਫ ਮਟੀਰੀਅਲਸ ਦੀ ਰੇਟ ਵੱਧ ਜਾਂਦੀ ਆ। ਸੋ ਜਿਹੜਾ ਯੂਰੀਆ ਜਾਂ ਨਾਈਟ੍ਰੋਜਨਸ ਵੇਸਟ ਫਿਲਟਰੇਟ 'ਚ ਆਈ ਆ ਉਹ ਤਾਂ ਫਿਲਟਰੇਟ ਦੇ ਵਿੱਚ ਹੀ ਰਹੂਗੀ, ਪਰ ਬਹੁਤ ਸਾਰਾ ਪਾਣੀ ਔਰ ਗਲੂਕੋਜ਼ ਮੋਲੀਕਿਊਲਸ ਔਰ ਅਮਾਈਨੋ ਐਸਿਡਸ ਔਰ ਅਮਾਈਨੋ ਐਸਿਡਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਆਇਨਸ ਜਿਹੜੇ ਨੇ ਉਹ ਸਿਲੈਕਟਿਵਲੀ ਰੀਐਬਜ਼ੌਰਬ ਕਰ ਲਏ ਜਾਣਗੇ ਤੇ ਇਹ ਰੀਐਬਜ਼ੌਰਬ ਕਰਕੇ ਪਹੁੰਚ ਜਾਣਗੇ ਬਲੱਡ ਦੇ ਅੰਦਰ, ਤੇ ਆ ਜਿਹੜੀ ਰੀਨਲ ਵੇਨ ਹੁੰਦੀ ਹੈ ਇਹ ਇਸੇ ਬਲੱਡ ਨੂੰ ਫਿਰ ਅੱਗੇ ਲੈ ਜਾਂਦੀ ਹੈ। ਸੋ ਇਸ ਟਿਊਬੂਲਰ ਪਾਰਟ ਵਿੱਚ ਜਿੱਦਾਂ ਜਿੱਦਾਂ ਇਸ ਫਿਲਟਰੇਟ ਵਿੱਚੋਂ ਰੀਐਬਜ਼ੌਰਪਸ਼ਨ ਆਫ ਵਾਟਰ ਹੁੰਦੀ ਜਾਊਗੀ ਐਂਡ ਮਟੀਰੀਅਲਸ ਦੀ ਵੀ ਰੀਐਬਜ਼ੌਰਪਸ਼ਨ ਹੁੰਦੀ ਜਾਊਗੀ, ਜਦੋਂ ਤੱਕ ਨੂੰ ਇੱਥੇ ਲਾਸਟ ਪਾਰਟ ਆਫ ਨੈਫਰੋਨ 'ਚ ਫਿਲਟਰੇਟ ਪਹੁੰਚੂਗਾ ਇਹ ਕਾਫੀ ਹੱਦ ਤੱਕ ਕੰਸਨਟ੍ਰੇਟਡ ਹੋ ਜਾਊਗਾ। ਹੁਣ ਕੀ ਹੈ ਥਰਡ ਸਟੈਪ? ਥਰਡ ਸਟੈਪ ਆਫ ਯੂਰਿਨ ਫਾਰਮੇਸ਼ਨ ਨੂੰ ਅਸੀਂ ਕਹਿੰਦੇ ਆ ਟਿਊਬੂਲਰ ਸਿਕ੍ਰੀਸ਼ਨ। ਹੁੰਦਾ ਕੀ ਆ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਟੌਕਸਿਕ ਵੇਸਟ ਹੁੰਦੀਆਂ ਨੇ ਜਿਹੜੀਆਂ ਕਿ ਹਰ ਕੰਡੀਸ਼ਨ 'ਚ ਬਾਡੀ ਨੇ ਰਿਮੂਵ ਕਰਨੀਆਂ ਹੁੰਦੀਆਂ, ਜਿੱਦਾਂ ਕੋਈ ਡਰੱਗਸ ਵਗੈਰਾ ਜਾਂ ਕੋਈ ਅਸੀਂ ਮੈਡੀਸਿਨਸ ਖਾਧੀਆਂ ਉਹਨਾਂ ਦੇ ਬਾਈ ਪ੍ਰੋਡਕਟਸ ਆ ਗਏ ਜਾਂ ਫਿਰ ਯੂਰੋਕ੍ਰੋਮ ਪਿਗਮੈਂਟ ਆ ਗਈ। ਸੋ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੀ ਹਰ ਕੰਡੀਸ਼ਨ 'ਚ ਰਿਮੂਵਲ ਇਨਸ਼ੋਰ ਕਰਨੀ ਹੁੰਦੀ ਹੈ, ਕਿਤੇ ਵੀ ਇਹਨਾਂ ਦੀ ਰੀਐਬਜ਼ੌਰਪਸ਼ਨ ਨਾ ਹੋਵੇ। ਇਸ ਕਰਕੇ ਸਾਡੀ ਬਾਡੀ ਜਿਹੜੀ ਆ ਉਹ ਲਾਸਟ ਸਟੈਪ ਤੇ ਇਸ ਫਿਲਟਰੇਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸਿਕਰੀਟ ਕਰਦੀ ਹੈ। ਸੋ ਹੁਣ ਇਸ ਕੰਸਨਟ੍ਰੇਟਡ ਫਿਲਟਰੇਟ ਦੇ ਵਿੱਚ ਹੋਰ ਵੀ ਟੌਕਸਿਕ ਮਟੀਰੀਅਲਸ ਪੈ ਗਏ ਤੇ ਇਸ ਫਿਲਟਰੇਟ ਨੂੰ ਹੁਣ ਅਸੀਂ ਕੀ ਕਹਿ ਦਾਂਗੇ? ਇਹਨੂੰ ਅਸੀਂ ਹੁਣ ਕਹਿ ਦਾਂਗੇ ਯੂਰਿਨ। ਆ ਜਿਹੜਾ ਯੂਰਿਨ ਹੈ ਉਹ ਅੱਗੋਂ ਕਲੈਕਟਿੰਗ ਡਕਟਸ ਦੇ ਵਿੱਚ ਚਲਾ ਜਾਊਗਾ। ਇਹ ਜਿਹੜੀਆਂ ਕਲੈਕਟਿੰਗ ਡਕਟਸ ਹੁੰਦੀਆਂ ਨੇ ਇਹ ਸਾਰੀਆਂ ਇਸ ਯੂਰਿਨ ਨੂੰ ਗਾਂਹ ਲੈ ਕੇ ਜਾਂਦੀਆਂ ਨੇ ਤੇ ਅਲਟੀਮੇਟਲੀ ਯੂਰੇਟਰ ਵੱਲ ਨੂੰ ਲੀਡ ਕਰਦੀਆਂ ਨੇ। ਵਾਪਸ ਆਉਂਦੇ ਹਾਂ ਐਕਸਕ੍ਰੀਟਰੀ ਸਿਸਟਮ ਇਨ ਹਿਊਮਨ ਬੀਇੰਗਸ ਦੀ ਡਾਇਗਰਾਮ ਤੇ। ਸੋ ਹੋਇਆ ਕਿ ਆ ਜਿਹੜੀਆਂ ਕਿਡਨੀਜ਼ ਨੇ ਇਹਨਾਂ ਦੇ ਵਿੱਚ ਨੈਫਰੋਨਸ ਪਏ ਹੋਏ ਸੀ, ਇਹਨਾਂ ਨੇ ਯੂਰਿਨ ਫਾਰਮੇਸ਼ਨ ਕੀਤੀ ਤੇ ਇੱਥੋਂ ਯੂਰਿਨ ਜਿਹੜਾ ਹੈਗਾ ਉਹ ਆ ਗਿਆ ਯੂਰੇਟਰਸ ਦੇ ਅੰਦਰ। ਇਹ ਜਿਹੜੇ ਯੂਰੇਟਰਸ ਨੇ ਇਸ ਯੂਰਿਨ ਨੂੰ ਲੈ ਕੇ ਗਏ ਯੂਰਿਨਰੀ ਬਲੈਡਰ 'ਚ। ਯੂਰਿਨਰੀ ਬਲੈਡਰ ਦੇ ਵਿੱਚ ਇਹ ਜਿਹੜਾ ਯੂਰਿਨ ਹੈ ਉਹ ਟੈਂਪਰੇਰੀਲੀ ਸਟੋਰ ਹੋ ਗਿਆ।
ਜਿੱਦਾਂ ਜਿੱਦਾਂ ਇਹ ਯੂਰੀਨਰੀ ਬਲੈਡਰ ਭਰਦਾ ਗਿਆ ਸਾਨੂੰ ਇੱਕ ਅਰਜ ਜੀ ਮਹਿਸੂਸ ਹੋਈ ਯੂਰੀਨੇਟ ਕਰਨ ਦੀ, ਤੇ ਫਿਰ ਇਸ ਯੂਰਥਰਾ ਦੇ ਥਰੂ ਇਸ ਯੂਰਿਨ ਨੂੰ ਪਾਸ ਆਊਟ ਕਰ ਦਿੱਤਾ ਜਾਂਦਾ, ਯਾਨੀ ਕਿ ਬੋਡੀ ਤੋਂ ਬਾਹਰ ਕੱਢ ਦਿੱਤਾ ਜਾਂਦਾ। ਇਹ ਜਿਹੜਾ ਐਕਟ ਹੁੰਦਾ ਜਿਹਦੇ ਨਾਲ ਕਿ ਯੂਰਿਨ ਜਿਹੜਾ ਹੁੰਦਾ ਬੋਡੀ ਤੋਂ ਬਾਹਰ ਕੱਢਿਆ ਜਾਂਦਾ, ਇਹਨੂੰ ਅਸੀਂ ਮਿਕਚੂਰੇਸ਼ਨ ਵੀ ਕਹਿ ਦਿੰਦੇ ਹਾਂ। ਸੋ ਇਹ ਹੋ ਗਿਆ ਅਬਾਊਟ ਦ ਫੰਕਸ਼ਨਿੰਗ ਆਫ ਐਕਸਕ੍ਰੀਟਰੀ ਸਿਸਟਮ। ਹੁਣ ਅਸੀਂ ਗੱਲ ਕਰਦੇ ਹਾਂ ਰੀਨਲ ਫੇਲੀਅਰ ਦੀ। ਰੀਨਲ ਫੇਲੀਅਰ ਮਤਲਬ ਕਿ ਕਿਡਨੀ ਦਾ ਖਰਾਬ ਹੋ ਜਾਣਾ। ਕਈ ਵਾਰੀ ਕੀ ਹੁੰਦਾ ਵੀ ਕਿਸੇ ਇਨਫੈਕਸ਼ਨ ਕਰਕੇ ਜਾਂ ਕਿਸੇ ਇੰਜਰੀ ਕਰਕੇ ਜਿਹੜੀ ਕਿਡਨੀ ਹੈ ਉਹ ਪ੍ਰੋਪਰਲੀ ਕੰਮ ਨਹੀਂ ਕਰਦੀ, ਯਾਨੀ ਕਿ ਉਹ ਨਾਈਟ੍ਰੋਜਨਸ ਵੇਸਟ ਨੂੰ ਬਲੱਡ ਤੋਂ ਰਿਮੂਵ ਨਹੀਂ ਕਰ ਪਾਉਂਦੀ, ਤਾਂ ਉਸ ਕੰਡੀਸ਼ਨ ਨੂੰ ਅਸੀਂ ਰੀਨਲ ਫੇਲੀਅਰ ਕਹਿੰਦੇ ਹਾਂ। ਜੇ ਸਾਡੇ ਬਲੱਡ ਦੇ ਵਿੱਚ ਜਿਹੜੀਆਂ ਨਾਈਟ੍ਰੋਜਨਸ ਵੇਸਟ ਨੇ ਉਹ ਬਹੁਤ ਜ਼ਿਆਦਾ ਐਕਸੀਡ ਕਰ ਜਾਣ, ਯਾਨੀ ਕਿ ਇਕੱਠੀਆਂ ਹੁੰਦੀਆਂ ਰਹਿਣ, ਤਾਂ ਉਹ ਸਾਡੇ ਲਈ ਨੁਕਸਾਨਦੇਹ ਹੋ ਸਕਦਾ, ਇਹਦੇ ਨਾਲ ਡੈਥ ਵੀ ਹੋ ਸਕਦੀ ਹੈ। ਉਸ ਕੇਸ 'ਚ ਅਸੀਂ ਪੇਸ਼ੈਂਟ ਦੀ ਜਾਨ ਬਚਾਉਣ ਦੇ ਲਈ ਇੱਕ ਟੈਕਨੀਕ ਯੂਜ਼ ਕਰਦੇ ਜਿਹਨੂੰ ਅਸੀਂ ਹੀਮੋਡਾਇਲਿਸਿਸ ਕਹਿੰਦੇ ਹਾਂ। ਹੀਮੋਡਾਇਲਿਸਿਸ ਕੀ ਹੈ? ਇਹਨੂੰ ਅਸੀਂ ਆਰਟੀਫਿਸ਼ੀਅਲ ਕਿਡਨੀ ਵੀ ਕਹਿੰਦੇ ਹਾਂ। ਆ ਇੱਕ ਤਰ੍ਹਾਂ ਦੀ ਡਿਵਾਈਸ ਹੁੰਦੀ ਹੈ ਜਿਹੜੀ ਕਿ ਸਾਡੇ ਬਲੱਡ ਵਿੱਚੋਂ ਨਾਈਟ੍ਰੋਜਨਸ ਵੇਸਟ ਨੂੰ ਰਿਮੂਵ ਕਰਨ 'ਚ ਹੈਲਪ ਕਰਦੀ ਹੈ ਬਾਈ ਦਾ ਪ੍ਰੋਸੈਸ ਆਫ ਡਾਇਲਿਸਿਸ। ਸੋ ਹੁਣ ਹੀਮੋਡਾਇਲਿਸਿਸ ਹੁੰਦਾ ਕਿੱਦਾਂ, ਇਹ ਵੀ ਦੇਖ ਲੈਂਦੇ ਹਾਂ। ਸੋ ਆਰਟੀਫਿਸ਼ੀਅਲ ਕਿਡਨੀ ਯਾਨੀ ਕਿ ਹੀਮੋਡਾਇਲਿਸਿਸ, ਇਹ ਜਿਹੜੀ ਮਸ਼ੀਨ ਹੈ ਇਹਦੇ ਵਿੱਚ ਨਾ ਇੱਕ ਟੈਂਕ ਹੁੰਦਾ। ਇਹ ਜਿਹੜਾ ਟੈਂਕ ਹੁੰਦਾ ਇਹਦੇ ਅੰਦਰ ਬਹੁਤ ਸਾਰੀਆਂ ਟਿਊਬਸ ਹੁੰਦੀਆਂ। ਇਹ ਜਿਹੜੀਆਂ ਟਿਊਬਸ ਨੇ ਇਹ ਸੈਮੀ ਪਰਮੀਏਬਲ ਲਾਈਨਿੰਗ ਦੇ ਨਾਲ ਲਾਈਨਡ ਹੁੰਦੀਆਂ ਨੇ, ਤੇ ਇਹ ਇਸ ਟੈਂਕ ਦੇ ਵਿੱਚ ਸਸਪੈਂਡਡ ਹੁੰਦੀਆਂ। ਇਸ ਟੈਂਕ ਦੇ ਵਿੱਚ ਇੱਕ ਡਾਇਲਾਈਜ਼ਿੰਗ ਫਲੂਇਡ ਹੁੰਦਾ। ਇਸ ਡਾਇਲਾਈਜ਼ਿੰਗ ਫਲੂਇਡ ਦਾ ਔਸਮੋਟਿਕ ਪ੍ਰੈਸ਼ਰ ਸੇਮ ਹੁੰਦਾ ਐਜ਼ ਦੈਟ ਆਫ ਬਲੱਡ, ਬਸ ਇਹਦੇ ਵਿੱਚ ਨਾਈਟ੍ਰੋਜਨਸ ਵੇਸਟ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ। ਇੱਕ ਹੋਰ ਚੀਜ਼ ਕੀ ਆ ਵੀ ਇਸ ਟੈਂਕ ਵਿੱਚ ਆ ਜਿਹੜਾ ਯੈਲੋ ਕਲਰ ਦਾ ਫਲੂਇਡ ਤੁਸੀਂ ਦੇਖ ਰਹੇ ਹੋ, ਇਹ ਕੀ ਆ? ਡਾਇਲਾਈਜ਼ਿੰਗ ਫਲੂਇਡ ਹੈ। ਇਹ ਅਸੀਂ ਹਰ ਵਕਤ ਫਰੈਸ਼ਲੀ ਪ੍ਰੀਪੇਅਰਡ ਡਾਇਲਾਈਜ਼ਿੰਗ ਫਲੂਇਡ ਜਿਹੜਾ ਨਾ ਇਹਦੇ ਵਿੱਚ ਪਾਉਂਦੇ ਰਹਿੰਦੇ ਆ। ਜਿਹੜਾ ਯੂਜ਼ਡ ਡਾਇਲਾਈਜ਼ਿੰਗ ਸੋਲੂਸ਼ਨ ਹੁੰਦਾ ਉਹ ਇਸ ਟੈਂਕ ਵਿੱਚੋਂ ਅਸੀਂ ਬਾਹਰ ਕੱਢਦੇ ਰਹਿੰਦੇ ਆ ਤੇ ਇਕੱਠਾ ਕਰਦੇ ਰਹਿੰਦੇ ਆ, ਤੇ ਜਿਹੜਾ ਫਰੈਸ਼ ਡਾਇਲਾਈਜ਼ਿੰਗ ਸੋਲੂਸ਼ਨ ਹੁੰਦਾ ਉਹ ਅਸੀਂ ਇਸ ਟੈਂਕ ਦੇ ਵਿੱਚ ਪਾਉਂਦੇ ਰਹਿੰਦੇ ਆ, ਤਾਂ ਕਿ ਕਿਸੇ ਵੀ ਪੁਆਇੰਟ ਤੇ ਇਸ ਡਾਇਲਾਈਜ਼ਿੰਗ ਸੋਲੂਸ਼ਨ ਦੇ ਅੰਦਰ ਨਾਈਟ੍ਰੋਜਨਸ ਵੇਸਟ ਜਿਹੜੀਆਂ ਨੇ ਉਹਨਾਂ ਦੀ ਕੰਸੈਂਟ੍ਰੇਸ਼ਨ ਵਧੇ ਨਾ। ਸੋ ਪੇਸ਼ੈਂਟ ਦਾ ਜਿਹੜਾ ਬਲੱਡ ਹੈ ਉਹਦੀ ਆਰਟਰੀ ਤੋਂ ਅਸੀਂ ਲੈਂਦੇ ਹਾਂ ਤੇ ਪੰਪ ਕਰਦੇ ਹਾਂ ਇਸ ਟੈਂਕ ਦੇ ਅੰਦਰ, ਯਾਨੀ ਕਿ ਡਾਇਲਿਸਿਸ ਮਸ਼ੀਨ ਦੇ ਅੰਦਰ। ਹੁਣ ਜਿੱਦਾਂ ਜਿੱਦਾਂ ਇਹ ਬਲੱਡ ਇਹਦੇ ਅੰਦਰ ਦੀਆਂ ਟਿਊਬ ਦੇ ਅੰਦਰ ਫਲੋ ਕਰੂਗਾ, ਇਹ ਕਲੋਜ਼ ਕੰਟੈਕਟ 'ਚ ਆ ਜਾਊਗਾ ਵਿਦ ਦਾ ਡਾਇਲਾਈਜ਼ਿੰਗ ਸੋਲੂਸ਼ਨ, ਤੇ ਜਿਹੜੇ ਵੀ ਵੇਸਟ ਮਟੀਰੀਅਲਸ ਹੁੰਦੇ ਨੇ ਉਹ ਆਪਣੀ ਹਾਈ ਕੰਸੈਂਟ੍ਰੇਸ਼ਨ ਟੂ ਲੋ ਕੰਸੈਂਟ੍ਰੇਸ਼ਨ ਮੂਵ ਕਰਦੇ ਨੇ। ਇਹਦਾ ਮਤਲਬ ਇਹ ਵੀ ਇਹਨਾਂ ਟਿਊਬ ਦੇ ਵਿੱਚੋਂ ਨਾਈਟ੍ਰੋਜਨਸ ਵੇਸਟ ਜਿਹੜੀ ਆ ਉਹ ਡਿਫਿਊਜ਼ ਆਊਟ ਕਰ ਜੂਗੀ ਇਨਟੂ ਦਿਸ ਡਾਇਲਾਈਜ਼ਿੰਗ ਸੋਲੂਸ਼ਨ। ਇਹ ਜਿਹੜਾ ਯੂਜ਼ਡ ਡਾਇਲਾਈਜ਼ਿੰਗ ਸੋਲੂਸ਼ਨ ਆ ਉਹ ਅਸੀਂ ਇਕੱਠਾ ਕਰਦੇ ਰਵਾਂਗੇ। ਸੋ ਜਿੱਦਾਂ ਜਿੱਦਾਂ ਇਸ ਬਲੱਡ ਵਿੱਚੋਂ ਨਾਈਟ੍ਰੋਜਨਸ ਵੇਸਟ ਨਿਕਲਦੀ ਜਾਊਗੀ, ਇਹ ਜਿਹੜਾ ਬਲੱਡ ਹੈ ਇਹ ਸਾਫ਼ ਹੁੰਦਾ ਜਾਊਗਾ। ਹੁਣ ਇਹ ਜਿਹੜਾ ਬਲੱਡ ਹੈ ਅਸੀਂ ਇਕੱਠਾ ਕਰਾਂਗੇ ਤੇ ਵਾਪਸ ਪੇਸ਼ੈਂਟ ਦੀ ਬੋਡੀ ਦੇ ਵਿੱਚ ਉਹਦੀ ਵੇਨ ਦੇ ਥਰੂ ਪਾ ਦਿਆਂਗੇ। ਸੋ ਦਿਸ ਪਿਊਰੀਫਾਈਡ ਬਲੱਡ ਇਜ਼ ਪੰਪਡ ਬੈਕ ਇਨਟੂ ਦਾ ਪੇਸ਼ੈਂਟ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੀ ਡਿਵਾਈਸ ਹੈ ਇਹ ਸਾਡੇ ਬਲੱਡ ਵਿੱਚੋਂ ਨਾਈਟ੍ਰੋਜਨਸ ਵੇਸਟ ਨੂੰ ਰਿਮੂਵ ਕਰਨ 'ਚ ਹੈਲਪ ਕਰਦੀ ਹੈ, ਜਿਹਦੇ ਨਾਲ ਕਿ ਜਿਹੜਾ ਪੇਸ਼ੈਂਟ ਹੈ ਉਹਦੀ ਜਾਨ ਬਚਾਈ ਜਾ ਸਕੇ। ਲੇਕਿਨ ਇਹ ਜਿਹੜਾ ਹੀਮੋਡਾਇਲਿਸਿਸ ਹੈ ਇਹ ਕੋਈ ਵਨ ਟਾਈਮ ਮੈਥਡ ਨਹੀਂ ਹੈਗਾ। ਇਹ ਇਹੋ ਜਿਹਾ ਮੈਥਡ ਆ ਜਿਹੜਾ ਸਾਨੂੰ ਰੈਗੂਲਰਲੀ ਰਿਪੀਟ ਕਰਨਾ ਪੈਂਦਾ, ਵੀਕਲੀ ਜਾਂ ਫੋਰਟਨਾਈਟਲੀ, ਡਿਪੈਂਡਿੰਗ ਅਪੋਨ ਦਾ ਕੰਡੀਸ਼ਨ ਆਫ ਦਾ ਪੇਸ਼ੈਂਟ। ਹੁਣ ਅਸੀਂ ਗੱਲ ਕਰਦੇ ਹਾਂ ਆਰਗਨ ਟ੍ਰਾਂਸਪਲਾਂਟੇਸ਼ਨ ਦੀ। ਕਈ ਵਾਰੀ ਕੀ ਹੁੰਦਾ ਕਿ ਕਿਸੇ ਇਨਸਾਨ ਦੇ ਅੰਦਰ ਕਈ ਤਰ੍ਹਾਂ ਦੇ ਆਰਗਨਸ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਆ, ਜਿੱਦਾਂ ਕਿ ਅੱਖਾਂ ਦਾ ਕੋਰਨੀਆ ਹੋ ਗਿਆ, ਜਾਂ ਕਿਡਨੀ ਖਰਾਬ ਹੋ ਗਈ, ਜਾਂ ਹਾਰਟ 'ਚ ਪ੍ਰੋਬਲਮ ਆ ਗਈ, ਜਾਂ ਲਿਵਰ ਖਰਾਬ ਹੋ ਗਿਆ, ਪੈਨਕ੍ਰੀਆਸ, ਲੰਗਸ, ਇੰਟੈਸਟਾਈਨ ਜਾਂ ਬੋਨ ਮੈਰੋ, ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਖਰਾਬ ਹੋ ਸਕਦੀਆਂ। ਉਸ ਕੇਸ 'ਚ ਅਸੀਂ ਕੀ ਕਰਦੇ ਹਾਂ ਵੀ ਕਿਸੇ ਦੂਜੇ ਇਨਸਾਨ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਲੈ ਲਈਆਂ ਜਾਂਦੀਆਂ। ਜਿਸ ਇਨਸਾਨ ਤੋਂ ਇਹ ਆਰਗਨਸ ਲਏ ਜਾਂਦੇ ਆ ਉਹਨੂੰ ਅਸੀਂ ਕੀ ਕਹਿ ਦਾਂਗੇ? ਡੋਨਰ ਕਹਿ ਦਾਂਗੇ। ਤੇ ਜਿਹਨੂੰ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਉਹਨੂੰ ਅਸੀਂ ਕੀ ਕਹਿ ਦਾਂਗੇ? ਰੈਸਿਪੀਐਂਟ ਕਹਿ ਦਾਂਗੇ। ਯਾਨੀ ਕਿ ਇੱਕ ਹੋ ਗਿਆ ਆਰਗਨ ਡੋਨਰ, ਇੱਕ ਹੋ ਗਿਆ ਆਰਗਨ ਰੈਸਿਪੀਐਂਟ। ਨਾਰਮਲੀ ਕੀ ਹੁੰਦਾ ਵੀ ਜਿਹੜੇ ਡੋਨਰਸ ਹੁੰਦੇ ਨੇ ਉਹ ਡੈਡ ਹੁੰਦੇ ਨੇ, ਯਾਨੀ ਕਿ ਕਿਸੇ ਦੀ ਡੈਥ ਹੋ ਗਈ ਜਾਂ ਡਾਕਟਰਸ ਨੇ ਕਿਸੇ ਨੂੰ ਬ੍ਰੇਨ ਡੈਡ ਡਿਕਲੇਅਰ ਕਰਤਾ, ਤਾਂ ਉਸ ਕੇਸ 'ਚ ਉਸ ਡੋਨਰ ਦੀ ਪਹਿਲਾਂ ਜਿਹੜੀ ਕੰਸੈਂਟ ਲਈ ਹੋਵੇ ਜਾਂ ਉਹਦੇ ਜਿਹੜੇ ਰਿਲੇਟਿਵਸ ਨੇ ਉਹਦੀ ਕੰਸੈਂਟ ਨਾਲ ਅਸੀਂ ਕੀ ਕਰਦੇ ਹਾਂ ਵੀ ਉਹਦੇ ਆਰਗਨਸ ਜਿਹੜੇ ਨੇ ਉਹ ਉਹਦੇ ਚੋਂ ਸਰਜੀਕਲੀ ਰਿਮੂਵ ਕਰਕੇ ਤੇ ਰੈਸਿਪੀਐਂਟ ਜਿਹੜਾ ਹੁੰਦਾ ਉਹਦੇ ਅੰਦਰ ਸਰਜੀਕਲੀ ਇੰਪਲਾਂਟ ਕਰ ਦਿੱਤੇ ਜਾਂਦੇ ਨੇ। ਸੋ ਇਸ ਪ੍ਰੋਸੈਸ ਨੂੰ ਅਸੀਂ ਟ੍ਰਾਂਸਪਲਾਂਟੇਸ਼ਨ ਕਹਿੰਦੇ ਹਾਂ। ਜ਼ਿਆਦਾਤਰ ਆਰਗਨਸ ਤਾਂ ਡੈਡ ਡੋਨਰਸ ਤੋਂ ਲਏ ਜਾਂਦੇ ਨੇ, ਲੇਕਿਨ ਕਈ ਵਾਰੀ ਆਪਾਂ ਜਿਹੜੇ ਲਿਵਿੰਗ ਡੋਨਰਸ ਨੇ ਉਹਨਾਂ ਤੋਂ ਵੀ ਆਰਗਨਸ ਲੈਂਦੇ ਹਾਂ। ਜਿੱਦਾਂ ਅਗਰ ਕਿਸੇ ਦੀਆਂ ਕਿਡਨੀਜ਼ ਖਰਾਬ ਹੋ ਗਈਆਂ ਤੇ ਆਪਣੇ ਰਿਲੇਟਿਵਸ ਕੋਲੋਂ ਕੋਈ ਇੱਕ ਕਿਡਨੀ ਲੈ ਸਕਦਾ। ਇਸੇ ਤਰ੍ਹਾਂ ਹੀ ਪਾਰਟ ਆਫ ਲਿਵਰ ਜਾਂ ਪਾਰਟ ਆਫ ਲੰਗਸ ਜਿਹੜੇ ਨੇ ਇਹ ਵੀ
ਲਿਵਿੰਗ ਡੋਨਰਸ ਤੋਂ ਲਏ ਜਾ ਸਕਦੇ ਆ। ਵੈਸੇ ਅਗਰ ਕਿਸੇ ਦੀ ਡੈਥ ਹੋ ਗਈ ਆ, ਉਹਦੇ ਆਰਗਨਸ ਜਿਹੜੇ ਨੇ ਹੁਣ ਉਹਦੇ ਤਾਂ ਕਿਸੇ ਕੰਮ ਦੇ ਨਹੀਂ, ਹੈ ਨਾ। ਤੇ ਚੰਗੀ ਗੱਲ ਹੀ ਆ ਵੀ ਕਿਸੇ ਦੀ ਡੈਥ ਤੋਂ ਬਾਅਦ ਉਹਦੇ ਤੋਂ ਆਰਗਨ ਲੈ ਕੇ ਤੇ ਕਿਸੇ ਲੋੜਵੰਦ ਨੂੰ ਦੇ ਦਿੱਤੇ ਜਾਣ ਤੇ ਉਹਦੀ ਜਾਨ ਜਿਹੜੀ ਆ ਬਚਾ ਲਈ ਜਾਵੇ। ਸੋ ਆਰਗਨ ਟ੍ਰਾਂਸਪਲਾਂਟੇਸ਼ਨ ਦੇ ਬਾਰੇ ਸਾਨੂੰ ਸੀਰੀਅਸਲੀ ਇੱਕ ਵਾਰੀ ਸੋਚਣਾ ਜ਼ਰੂਰ ਚਾਹੀਦਾ। ਹੁਣ ਅਸੀਂ ਗੱਲ ਕਰਦੇ ਹਾਂ ਐਕਸਕ੍ਰੀਸ਼ਨ ਇਨ ਪਲਾਂਟਸ ਦੇ ਬਾਰੇ। ਪਲਾਂਟਸ ਦੇ ਅੰਦਰ ਵੀ ਬਹੁਤ ਸਾਰੀਆਂ ਮੈਟਾਬੋਲਿਕ ਐਕਟੀਵਿਟੀਜ਼ ਹੁੰਦੀਆਂ ਜਿਹਦੇ 'ਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਵੇਸਟ ਪ੍ਰੋਡਕਟਸ ਨੇ ਉਹ ਪ੍ਰੋਡਿਊਸ ਹੁੰਦੇ ਨੇ। ਜਿੱਦਾਂ ਕਿ ਫੋਟੋਸਿੰਥਸਿਸ ਦਾ ਬਾਈ ਪ੍ਰੋਡਕਟ ਕੀ ਹੁੰਦਾ, ਆਕਸੀਜਨ, ਤੇ ਰੈਸਪੀਰੇਸ਼ਨ ਦਾ ਪ੍ਰੋਡਕਟ ਕੀ ਹੁੰਦਾ, ਕਾਰਬਨ ਡਾਈਆਕਸਾਈਡ। ਇਹਨਾਂ ਦੋਵਾਂ ਦੀ ਵੀ ਐਕਸਕ੍ਰੀਸ਼ਨ ਕਿਹਦੇ ਥਰੂ ਹੁੰਦੀ ਹੈ, ਸਟੋਮੈਟਲ ਅਪਰਚਰਸ ਦੇ ਥਰੂ ਹੁੰਦੀ ਹੈ। ਇਸੇ ਤਰ੍ਹਾਂ ਹੀ ਕਈ ਵਾਰੀ ਬਹੁਤ ਸਾਰੇ ਵੇਸਟ ਮਟੀਰੀਅਲਸ ਜਿਹੜੇ ਨੇ ਨਾ ਉਹ ਲੀਵਸ ਦੇ ਅੰਦਰ ਇਕੱਠੇ ਹੋ ਜਾਂਦੇ ਆ। ਜਦੋਂ ਬਹੁਤ ਜ਼ਿਆਦਾ ਵੇਸਟ ਮਟੀਰੀਅਲਸ ਇਕੱਠੇ ਹੋ ਜਾਣ ਤਾਂ ਇਹ ਜਿਹੜੇ ਲੀਫ ਹੁੰਦੇ ਨੇ ਇਹਨਾਂ ਦਾ ਲੀਫ ਫਾਲ ਹੋ ਜਾਂਦਾ, ਯਾਨੀ ਕਿ ਇਹ ਲੀਫ ਡਿੱਗ ਜਾਂਦੇ। ਤਾਂ ਇਸ ਤਰ੍ਹਾਂ ਪਲਾਂਟਸ ਇਸ ਤਰੀਕੇ ਨਾਲ ਵੀ ਵੇਸਟ ਮਟੀਰੀਅਲਸ ਤੋਂ ਛੁਟਕਾਰਾ ਪਾ ਲੈਂਦੇ ਆ। ਜੇ ਪਲਾਂਟਸ ਦੇ ਅੰਦਰ ਕਿਤੇ ਐਕਸੈਸਿਵ ਵਾਟਰ ਹੋ ਜਾਏ ਤਾਂ ਟਰਾਂਸਪੀਰੇਸ਼ਨ ਦੇ ਨਾਲ ਉਸ ਵਾਟਰ ਦਾ ਰਿਮੂਵਲ ਹੋ ਜਾਂਦਾ। ਕਈ ਤਰ੍ਹਾਂ ਦੇ ਵੇਸਟ ਪ੍ਰੋਡਕਟਸ ਜਿਹੜੇ ਨੇ ਉਹ ਸੈਲਸ ਦੇ ਜਿਹੜੇ ਵੈਕਿਊਲਸ ਹੁੰਦੇ ਨੇ ਉਹਨਾਂ ਦੇ ਅੰਦਰ ਵੀ ਸਟੋਰ ਕੀਤੇ ਜਾਂਦੇ ਨੇ। ਕੁਝ ਵੇਸਟ ਪ੍ਰੋਡਕਟਸ ਜਿਹੜੇ ਹੁੰਦੇ ਨੇ ਨਾ ਉਹ ਰੇਜ਼ਿਨ ਤੇ ਗਮ ਦੀ ਫਾਰਮ 'ਚ ਸਟੋਰ ਕੀਤੇ ਜਾਂਦੇ ਨੇ, ਸਪੈਸ਼ਲੀ ਓਲਡ ਜ਼ਾਈਲਮ ਦੇ ਅੰਦਰ। ਕਈ ਵਾਰੀ ਕੀ ਹੁੰਦਾ ਕਿ ਕਿਸੇ ਟਿਸ਼ੂ ਦੇ ਅੰਦਰ ਡੈਡ ਸੈਲਸ ਜਿਹੜੇ ਨੇ ਨਾ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਤੇ ਅਲਟੀਮੇਟਲੀ ਕੀ ਹੁੰਦਾ ਵੀ ਉਹ ਜਿਹੜਾ ਵੀ ਪਲਾਂਟ ਪਾਰਟ ਹੈ, ਜਿੱਦਾਂ ਕੋਈ ਲੀਫ ਹੋ ਗਿਆ ਜਾਂ ਕੋਈ ਹੋਰ ਪਲਾਂਟ ਪਾਰਟ ਹੋ ਗਿਆ ਜਿਹਦੇ 'ਚ ਜ਼ਿਆਦਾ ਡੈਡ ਸੈਲਸ ਇਕੱਠੇ ਹੋ ਗਏ, ਉਹ ਕੀ ਹੋ ਜਾਊਗਾ, ਉਹ ਡਿੱਗ ਜਾਊਗਾ, ਉਹਦਾ ਫਾਲ ਹੋ ਜਾਊਗਾ। ਇਸ ਤਰ੍ਹਾਂ ਵੀ ਜਿਹੜੇ ਪਲਾਂਟਸ ਹੁੰਦੇ ਨੇ ਉਹ ਦੇ ਗੈਟ ਰਿਡ ਆਫ ਦ ਅਨਵਾਂਟਡ ਮਟੀਰੀਅਲਸ। ਬਹੁਤ ਸਾਰੇ ਵੇਸਟ ਪ੍ਰੋਡਕਟਸ ਜਿਹੜੇ ਨੇ ਨਾ ਉਹ ਪਲਾਂਟਸ ਆਪਣੀ ਰੂਟਸ ਦੇ ਥਰੂ ਸੋਇਲ ਦੇ ਵਿੱਚ ਵੀ ਐਕਸਕ੍ਰੀਟ ਕਰ ਦਿੰਦੇ ਨੇ। ਸੋ ਦਿਸ ਇਜ਼ ਆਲ ਅਬਾਊਟ ਐਕਸਕ੍ਰੀਸ਼ਨ। ਇਸ ਚੈਪਟਰ ਲਾਈਫ ਪ੍ਰੋਸੈਸਿਸ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹਨਾਂ ਸਾਰੀਆਂ ਵੀਡੀਓਜ਼ ਦੇ ਲਿੰਕਸ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ। ਉਹਨਾਂ ਲਿੰਕਸ ਦੇ ਥਰੂ ਤੁਸੀਂ ਜਿਹੜੀ ਵੀ ਵੀਡੀਓ ਦੇਖਣਾ ਚਾਹੋ ਤੁਸੀਂ ਦੇਖ ਸਕਦੇ ਹੋ। ਇਸ ਵੀਡੀਓ ਲਈ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੇ ਟੌਪਿਕ ਦੇ ਨਾਲ। ਥੈਂਕ ਯੂ ਸੋ ਮਚ ਫॉर ਵਾਚਿੰਗ।